ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਹ ਜਲਦੀ ਹੀ ਵੀਅਤਨਾਮ ਦਾ ਦੌਰਾ ਕਰਨਗੇ। ਵੀਅਤਨਾਮ ਅਮਰੀਕਾ ਨਾਲ ਸਬੰਧਾਂ ਨੂੰ ਵਧਾਉਣਾ ਚਾਹੁੰਦਾ ਹੈ। ਉਹ ਮੁੱਖ ਸਾਥੀ ਬਣਨਾ ਚਾਹੁੰਦਾ ਹੈ। ਬਾਈਡਨ ਨੇ ਇੱਥੇ ਇੱਕ ਸਿਆਸੀ ਫੰਡ ਰੇਜ਼ਿੰਗ ਸਮਾਗਮ 'ਚ ਇਹ ਟਿੱਪਣੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਵਾਈਟ ਹਾਊਸ ਦੇ ਬੁਲਾਰੇ ਨੇ ਮੰਗਲਵਾਰ ਨੂੰ ਬਾਈਡਨ ਦੇ ਐਲਾਨ ਬਾਰੇ ਕਿਹਾ ਕਿ ਇਸ ਸਮੇਂ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਅਪ੍ਰੈਲ 'ਚ ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਮ ਮਿਨਹਾ ਚਿਨ ਅਤੇ ਵਿਦੇਸ਼ ਸਕੱਤਰ ਐਂਟੋਨੀ ਬਲਿੰਕੇਨ ਨੇ ਏਸ਼ੀਆ ਨਾਲ ਸਬੰਧਾਂ ਨੂੰ ਡੂੰਘਾ ਕਰਨ ਦੀ ਇੱਛਾ ਪ੍ਰਗਟਾਈ। ਅਮਰੀਕੀ ਰਾਸ਼ਟਰਪਤੀ ਨੇ ਮਾਰਚ 'ਚ ਵੀਅਤਨਾਮ ਦੀ ਕਮਿਊਨਿਸਟ ਪਾਰਟੀ ਦੇ ਮੁਖੀ ਗੁਏਨ ਫੂ ਟਰੋਂਗ ਨਾਲ ਵੀ ਫੋਨ ਤੇ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਅਤੇ ਅਮਰੀਕੀ ਰੱਖਿਆ ਕੰਪਨੀਆਂ ਨੇ ਖੁੱਲ੍ਹੇਆਮ ਕਿਹਾ ਹੈ ਕਿ ਉਹ ਵੀਅਤਨਾਮ ਨੂੰ ਫੌਜੀ ਸਪਲਾਈ ਵਧਾਉਣਾ ਚਾਹੁੰਦੇ ਨੇ, ਜੋ ਕਿ ਹੁਣ ਤੱਕ ਵੱਡੇ ਪੱਧਰ ਤੇ ਤੱਟ ਰੱਖਿਅਕ ਜਹਾਜ਼ਾਂ ਅਤੇ ਸਿਖਲਾਈ ਜਹਾਜ਼ਾਂ ਤੱਕ ਹੀ ਸੀਮਤ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਉਹ ਸੱਤਾ 'ਚ ਵਾਪਸ ਆਉਂਦੇ ਨੇ ਤਾਂ ਦੇਸ਼ ਨਿਕਾਲੇ ਦੀ ਸਭ ਤੋਂ ਵੱਡੀ ਕਾਰਵਾਈ ਕਰਨਗੇ। ਨਿਊਯਾਰਕ ਟਾਈਮਜ਼ ਮੁਤਾਬਕ ਟਰੰਪ ਨਿਊ ਹੈਂਪਸ਼ਾਇਰ ਕਸਬੇ 'ਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਹਮਲੇ ਦੀ ਮਾਰ ਹੇਠ ਹੈ। ਜੇਕਰ ਚੋਣਾਂ 'ਚ ਮੈਂ ਚੁਣਿਆ ਜਾਵਾਂ ਤਾਂ ਮੈਂ ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੇ ਦੇਸ਼ ਨਿਕਾਲੇ ਦੀ ਕਾਰਵਾਈ ਕਰਨ ਲਈ ਸਾਰੇ ਜ਼ਰੂਰੀ ਰਾਜ, ਸਥਾਨਕ, ਸੰਘੀ ਤੇ ਫੌਜੀ ਸਰੋਤਾਂ ਦੀ ਵਰਤੋਂ ਕਰਾਂਗਾ। ਟਰੰਪ ਨੇ ਦੂਜੀ ਵਾਰ ਸਭ ਤੋਂ ਵੱਡਾ ਦੇਸ਼ ਨਿਕਾਲੇ ਆਪਰੇਸ਼ਨ ਚਲਾਉਣ ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ 5 ਮਾਰਚ ਨੂੰ ਉਹਨਾਂ ਨੇ ਅਮਰੀਕਾ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਬਾਈਡਨ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਅਮਰੀਕਾ ਮੈਕਸੀਕੋ ਸਰਹੱਦ ਰਾਹੀਂ ਡੈਪੋਟੇਸ਼ਨ ਆਪਰੇਸ਼ਨ ਚਲਾਉਣ ਦੀ ਗੱਲ ਕਹੀ ਸੀ। ਟਰੰਪ ਨੇ ਕਿਹਾ ਸੀ ਕਿ 2022 'ਚ ਅਮਰੀਕਾ ਮੈਕਸੀਕੋ ਬਾਰਡਰ ਤੋਂ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ 'ਚ ਦਾਖਲ ਹੋਏ ਸਨ। ਅਕਤੂਬਰ 2021 ਅਤੇ ਸਤੰਬਰ 2022 ਦੇ ਵਿਚਕਾਰ ਅਮਰੀਕੀ ਅਧਿਕਾਰੀਆਂ ਨੇ ਮੈਕਸੀਕੋ ਸਰਹੱਦ ਤੇ ਰਿਕਾਰਡ 2.2 ਮਿਲੀਅਨ ਪ੍ਰਵਾਸੀਆਂ ਨੂੰ ਫੜਿਆ। ਇਹ ਪ੍ਰਵਾਸੀਆਂ ਨੂੰ ਰੋਕਣ ਲਈ ਬਾਈਡਨ ਪ੍ਰਸ਼ਾਸਨ ਦੀ ਅਸਫਲ ਨੀਤੀ ਹੈ। ਟਰੰਪ ਨੇ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ, ਅਸੀਂ ਸਰਹੱਦ ਤੇ ਡਿਪੋਰਟ ਅਫਸਰਾਂ ਨੂੰ ਤਾਇਨਾਤ ਕਰਾਂਗੇ। ਹਰੇਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਲੱਭ ਕੇ ਵਾਪਸ ਭੇਜੇਗਾ। ਅਸੀਂ ਸਰਹੱਦ ਤੇ ਕੰਧ ਬਣਾਵਾਂਗੇ। ਗੈਰ ਕਾਨੂੰਨੀ ਇਮੀਗ੍ਰੇਸ਼ਨ ਹਮੇਸ਼ਾ ਟਰੰਪ ਲਈ ਮੁਹਿੰਮ ਦਾ ਮੁੱਦਾ ਰਿਹਾ ਹੈ। ਟਰੰਪ ਨੇ 2016 ਦੀ ਚੋਣ ਮੁਹਿੰਮ ਵਿੱਚ ਵੀ ਇਹੀ ਮੁੱਦਾ ਉਠਾਇਆ ਸੀ। ਕ੍ਰੈਡਿਟ ਏਜੰਸੀ ਮੂਡੀਜ਼ ਨੇ ਅਮਰੀਕਾ ਦੇ 10 ਛੋਟੇ ਅਤੇ ਦਰਮਿਆਨੇ ਆਕਾਰ ਦੇ ਬੈਂਕਾਂ ਨੂੰ ਰੇਟਿੰਗ ਘਟਾ ਦਿੱਤੀ ਹੈ। ਇਸ ਤੋਂ ਇਲਾਵਾ ਮੂਡੀਜ਼ ਨੇ 11 ਹੋਰ ਬੈਂਕਾਂ ਨੂੰ ਲੈ ਕੇ ਆਪਣਾ ਆਊਟਲੁੱਕ ਨੈਗੇਟਿਵ ਕਰ ਦਿੱਤਾ ਹੈ। ਅਮਰੀਕਾ ਦਾ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਮਹਿੰਗਾਈ ਤੇ ਕਾਬੂ ਪਾਉਣ ਲਈ ਲਗਾਤਾਰ ਵਿਆਜ ਦਰਾਂ 'ਚ ਵਾਧਾ ਕਰ ਰਿਹਾ ਹੈ। ਅਮਰੀਕਾ 'ਚ ਬੈਂਕਿੰਗ ਸੰਕਟ ਮੁੜ ਸਿਰ ਚੁੱਕ ਸਕਦਾ ਹੈ। ਕ੍ਰੈਡਿਟ ਏਜੰਸੀ ਮੂਡੀਜ਼ ਨੇ ਅਮਰੀਕਾ ਦੇ 10 ਛੋਟੇ ਅਤੇ ਦਰਮਿਆਨੇ ਆਕਾਰ ਦੇ ਬੈਂਕਾਂ ਦੀ ਰੇਟਿੰਗ ਘਟਾ ਦਿੱਤੀ ਹੈ। ਬੈਂਕ ਆਫ ਨਿਊਯਾਰਕ ਮੈਲਨ, US ਬੈਨਕਾਰਕ, ਸਟੇਟ ਸਟਰੀਟ, ਟਰੂਇਸਟ ਫਾਈਨੈਂਸ਼ੀਅਲ, ਫਰਾਸਟ ਬੈਂਕਰਸ ਅਤੇ ਨਾਰਦਰਨ ਟਰਸਟ ਬੈਂਕ ਅਜਿਹੇ ਬੈਂਕ ਨੇ ਜਿਨ੍ਹਾਂ ਦੀ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੂਡੀਜ਼ ਨੇ 11 ਹੋਰ ਬੈਂਕਾਂ ਨੂੰ ਲੈ ਕੇ ਆਪਣਾ ਆਊਟਲੁੱਕ ਨੈਗੇਟਿਵ ਕਰ ਦਿੱਤਾ ਹੈ। ਇਸ ਵਿੱਚ ਕੈਪੀਟਲ ਵਨ, ਸਿਟੀਜ਼ਨ ਫਾਈਨੈਂਸ਼ੀਅਲ ਅਤੇ ਫਿਫਥ ਥਰਡ ਬੈਂਕਾਰਕ ਸ਼ਾਮਲ ਨੇ। ਇਸ ਤੋਂ ਇਲਾਵਾ M&T ਬੈਂਕ, ਪੈਨਾਕਲ ਫਾਈਨੈਂਸ਼ੀਅਲ, BOK ਫਾਈਨੈਂਸ਼ੀਅਲ, ਵੈਬਸਟਰ ਫਾਈਨੈਂਸ਼ੀਅਲ ਦੀ ਆਊਟਲੁੱਕ ਵੀ ਨੈਗੇਟਿਵ ਕਰ ਦਿੱਤੀ ਗਈ ਹੈ। ਮੂਡੀਜ਼ ਦੀ ਇਸ ਰਿਪੋਰਟ ਤੋਂ ਬਾਅਦ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖੀ ਜਾ ਰਹੀ ਹੈ ਤੇ ਡਾਓ ਜੋਨਸ ਮੰਗਲਵਾਰ ਸ਼ਾਮ ਨੂੰ 450 ਅੰਕ ਡਿੱਗ ਗਿਆ। S&P 500 ਅਤੇ ਨੈਸਡੈਕ ਵੀ 1% ਤੋਂ ਵੱਧ ਗਿਰਾਵਟ ਨਾਲ ਟ੍ਰੇਡ ਕਰ ਰਹੇ ਨੇ। ਕੁਝ ਮਹੀਨੇ ਪਹਿਲਾਂ ਅਮਰੀਕਾ 'ਚ ਇੱਕ ਤੋਂ ਬਾਅਦ ਇੱਕ ਕਈ ਬੈਂਕ ਡੁੱਬ ਗਏ ਸਨ, ਜਿਸ ਨਾਲ ਪੂਰੀ ਬੈਂਕਿੰਗ ਇੰਡਸਟਰੀ ਪੂਰੀ ਤਰ੍ਹਾਂ ਹਿੱਲ ਗਈ ਸੀ। ਦੇਸ਼ ਦੇ 3 ਵੱਡੇ ਬੈਂਕ ਸਿਲੀਕਾਨ ਵੈਲੀ ਬੈਂਕ, ਸਿਗਨੇਚਰ ਬੈਂਕ ਅਤੇ ਫਰਸਟ ਰਿਪਬਲਿਕ ਡੁੱਬ ਗਏ ਸਨ। ਅਮਰੀਕਾ ਦਾ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਮਹਿੰਗਾਈ ਤੇ ਕਾਬੂ ਪਾਉਣ ਲਈ ਲਗਾਤਾਰ ਵਿਆਜ ਦਰਾਂ 'ਚ ਵਾਧਾ ਕਰ ਰਿਹਾ ਹੈ। ਦੇਸ਼ ਵਿੱਚ ਵਿਆਜ ਦਰ 22 ਸਾਲ ਦੇ ਉੱਚ ਪੱਧਰ ਤੇ ਪੁੱਜ ਗਈ ਹੈ। ਇਸ ਨਾਲ ਅਮਰੀਕੀ ਬੈਂਕਾਂ ਦੀ ਫਿਕਸਡ ਰੇਟ ਸਿਕਿਉਰਿਟੀਜ਼ ਦੀ ਵੈਲਿਊ ਘਟ ਹੋਈ ਹੈ। ਇਸ ਨਾਲ ਲਿਕਵਿਡਿਟੀ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ। ਮਹਾਮਾਰੀ ਕਾਰਨ ਲੋਕ ਘਰਾਂ ਤੋਂ ਕੰਮ ਕਰ ਰਹੇ ਨੇ, ਜਿਸ ਨਾਲ ਆਫਿਸਿਸ ਦੀ ਵੈਲਿਊ ਡਿੱਗ ਰਹੀ ਹੈ। ਇਸ ਨਾਲ ਇਹ ਖਦਸ਼ਾ ਪੈਦਾ ਹੋਇਆ ਹੈ ਕਿ ਬੈਂਕਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਬੈਂਕਾਂ ਨੇ ਕਈ ਰੀਅਲ ਅਸਟੇਟ ਡੀਲਰਸ ਨੂੰ ਫਾਈਨਾਂਸ ਕੀਤਾ ਹੈ। ਖਾਸ ਕਰਕੇ ਰੀਜਨਲ ਬੈਂਕਾਂ ਵਿੱਚ ਲੋ ਰੈਗੂਲੇਟਰੀ ਕੈਪੀਟਲ ਹੈ। ਅਮਰੀਕੀ ਬੈਂਕਾਂ ਦੀ ਦੂਜੀ ਤਿਮਾਹੀ ਦੇ ਨਤੀਜਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਆਜ ਦਰਾਂ 'ਚ ਵਾਧੇ ਨਾਲ ਉਹਨਾਂ 'ਤੇ ਮੁਨਾਫੇ ਦੇ ਦਬਾਅ ਵਧਿਆ ਹੈ। ਮੂਡੀਜ਼ ਨੇ ਨਾਲ ਹੀ ਅਮਰੀਕਾ ਦੇ 10 ਛੋਟੇ ਬੈਂਕਿੰਗ ਦੀ ਰੇਟਿੰਗ ਘੱਟ ਕਰ ਦਿੱਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹਨਾਂ ਬੈਂਕਾਂ ਦੀ ਵੈਲਿਊ ਵਿੱਚ ਗਿਰਾਵਟ ਆਉਣ ਦਾ ਖਦਸ਼ਾ ਹੈ। ਖਾਸ ਕਰਕੇ ਛੋਟੇ ਅਤੇ ਦਰਮਿਆਨੇ ਬੈਂਕਾਂ ਨੂੰ ਕਮਰਸ਼ੀਅਲ ਰੀਅਲ ਅਸਟੇਟ 'ਚ ਐਕਸਪੋਜ਼ਰ ਨਾਲ ਭਾਰੀ ਘਾਟਾ ਹੋ ਸਕਦਾ ਹੈ। ਕੈਨੇਡੀਅਨ ਰੈਪਰ ਟੋਰੀ ਲੈਂਜ਼ ਨੂੰ ਸਾਲ 2020 'ਚ ਅਮਰੀਕੀ ਹਿਪ ਹੌਪ ਸਟਾਰ ਮੇਗਨ ਥੀ ਸਟੈਲੀਅਨ ਨੂੰ ਗੋਲੀ ਮਾਰਨ ਦੇ ਦੋਸ਼ 'ਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 31 ਸਾਲਾ ਲੈਂਜ਼, ਜਿਸ ਦਾ ਅਸਲੀ ਨਾਮ ਡੈਸਟਾਰ ਪੀਟਰਸਨ ਹੈ, ਨੂੰ ਦਸੰਬਰ 2022 'ਚ 3 ਸੰਗੀਨ ਜੁਰਮਾਂ 'ਚ ਦੋਸ਼ੀ ਪਾਇਆ ਗਿਆ ਸੀ, ਜਿਨ੍ਹਾਂ ਵਿੱਚ ਇੱਕ ਅਰਧ ਆਟੋਮੈਟਿਕ ਹਥਿਆਰ ਦੇ ਨਾਲ ਹਮਲਾ, ਦੂਜਾ ਇੱਕ ਵਾਹਨ 'ਚ ਲੋਡ ਗੈਰ ਰਜਿਸਟਰਡ ਅਸਲਾ ਰੱਖਣ ਅਤੇ ਲਾਪਰਵਾਹੀ ਦੇ ਨਾਲ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ। ਪੂਰੇ 2 ਦਿਨ ਚੱਲੀ ਸੁਣਵਾਈ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਲਾਸ ਐਂਜਲਸ ਦੇ ਜੱਜ ਨੇ ਉਸ ਨੂੰ ਸਜ਼ਾ ਸੁਣਾਈ। ਇਹ ਦੋਸ਼ ਜੁਲਾਈ 2020 'ਚ ਵਾਪਰੀ ਇੱਕ ਘਟਨਾ ਨਾਲ ਸੰਬੰਧਿਤ ਹੈ, ਜਿੱਥੇ ਕਾਇਲੀ ਜੇਨਰ ਦੁਆਰਾ ਆਯੋਜਿਤ ਇੱਕ ਪੂਲ ਪਾਰਟੀ ਤੋਂ ਬਾਅਦ ਇੱਕ ਬਹਿਸ ਦੌਰਾਨ ਲੈਂਜ਼ ਨੇ ਸਟੇਲੀਅਨ ਦੇ ਪੈਰ 'ਚ ਗੋਲੀ ਮਾਰ ਦਿੱਤੀ ਸੀ। ਸੋਮਵਾਰ ਨੂੰ ਸਟੇਲੀਅਨ ਦੇ ਇੱਕ ਲਿਖਤੀ ਬਿਆਨ 'ਚ ਕਿਹਾ ਗਿਆ ਕਿ ਉਸ ਨੇ ਗੋਲੀਬਾਰੀ ਤੋਂ ਬਾਅਦ ਇੱਕ ਵੀ ਦਿਨ ਸ਼ਾਂਤੀ ਦਾ ਅਨੁਭਵ ਨਹੀਂ ਕੀਤਾ। ਉੱਥੇ ਹੀ ਲੈਂਜ਼ ਨੇ ਜੱਜ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਅਦਾਲਤ ਨੂੰ ਸੰਬੋਧਨ ਕੀਤਾ। ਉਸਨੇ ਆਪਣੇ ਕੰਮਾਂ ਲਈ ਮੁਆਫੀ ਮੰਗੀ ਤੇ ਕਿਹਾ ਕਿ ਉਹ 2020 'ਚ ਹੋਈ ਗੋਲੀਬਾਰੀ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ। ਜੇ ਮੈਂ ਇਸ ਨੂੰ ਬਦਲ ਸਕਦਾ ਤਾਂ ਮੈਂ ਅਜਿਹਾ ਜ਼ਰੂਰ ਕਰਦਾ, ਪਰ ਮੈਂ ਅਜਿਹਾ ਨਹੀਂ ਕਰ ਸਕਦਾ। ਉਸ ਰਾਤ ਜੋ ਵੀ ਮੈਂ ਕੀਤਾ, ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਸੱਚਮੁੱਚ ਇੱਕ ਬਿਹਤਰ ਵਿਅਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੇ ਨਾਲ ਮਨੁੱਖੀ ਹੱਕਾਂ ਦਾ ਮੁੱਦਾ ਪਹਿਲਾਂ ਵੀ ਉਠਾਉਂਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਅਜਿਹਾ ਕਰਦਾ ਰਹੇਗਾ। ਸੀਨੀਅਰ ਅਮਰੀਕੀ ਅਧਿਕਾਰੀ ਦੀ ਇਹ ਟਿੱਪਣੀ ਰਾਸ਼ਟਰਪਤੀ ਜੋ ਬਾਈਡਨ ਦੇ ਅਗਲੇ ਮਹੀਨੇ ਨਵੀਂ ਦਿੱਲੀ ਦੇ ਦੌਰੇ ਤੋਂ ਪਹਿਲਾਂ ਆਈ ਹੈ। ਉਹ ਭਾਰਤ 'ਚ G20 ਸੰਮੇਲਨ 'ਚ ਹਿੱਸਾ ਲੈਣਗੇ। ਮਿਲਰ ਨੇ ਮੀਡੀਆ ਨੂੰ ਦੱਸਿਆ, ਅਸੀਂ ਰਾਬਤਾ ਰੱਖਣ ਵਾਲੇ ਸਾਰੇ ਮੁਲਕਾਂ ਨਾਲ ਨਿਯਮਿਤ ਰੂਪ 'ਚ ਮਨੁੱਖੀ ਹੱਕਾਂ ਬਾਰੇ ਆਪਣੇ ਫਿਕਰ ਸਾਂਝੇ ਕਰਦੇ ਰਹਿੰਦੇ ਹਾਂ। ਅਸੀਂ ਭਾਰਤ ਕੋਲ ਪਹਿਲਾਂ ਵੀ ਅਜਿਹੇ ਮੁੱਦੇ ਉਠਾਏ ਨੇ ਤੇ ਭਵਿੱਖ 'ਚ ਵੀ ਉਠਾਉਂਦੇ ਰਵਾਂਗੇ। ਮੀਡੀਆ ਨੇ ਮਿਲਰ ਨੂੰ ਸਵਾਲ ਪੁੱਛਿਆ ਸੀ ਕਿ ਕੀ ਰਾਸ਼ਟਰਪਤੀ ਬਾਈਡਨ ਸਤੰਬਰ 'ਚ ਆਪਣੇ ਆਗਾਮੀ ਨਵੀਂ ਦਿੱਲੀ ਦੌਰੇ ਦੌਰਾਨ ਭਾਰਤ 'ਚ ਕਥਿਤ ਈਸਾਈਆਂ ਦੇ ਦਮਨ ਦਾ ਮੁੱਦਾ ਚੁੱਕਣਗੇ। ਮਿਲਰ ਨੇ ਕਿਹਾ, ਅਸੀਂ ਬਿਲਕੁਲ ਸਪਸ਼ਟ ਕੀਤਾ ਹੈ ਕਿ ਅਸੀਂ ਈਸਾਈਆਂ ਤੇ ਅਤਿਆਚਾਰ ਦਾ ਵਿਰੋਧ ਕਰਦੇ ਹਾਂ, ਬਲਕਿ ਅਸੀਂ ਕਿਸੇ ਵੀ ਧਰਮ ਤੇ ਜ਼ੁਲਮ ਕਰਨ ਦੇ ਖਿਲਾਫ ਹਾਂ। ਇਹ ਫਰਕ ਨਹੀਂ ਪੈਂਦਾ ਕਿ ਅਜਿਹਾ ਦੁਨੀਆ ਵਿੱਚ ਕਿੱਥੇ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਜਿਹੇ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮਈ 'ਚ ਕਿਹਾ ਸੀ ਕਿ ਕੁਝ ਅਮਰੀਕੀ ਅਧਿਕਾਰੀਆਂ ਦੀ ਪੱਖਪਾਤੀ ਬਿਆਨਬਾਜ਼ੀ ਅਜਿਹੀਆਂ ਗਲਤ ਰਿਪੋਰਟਾਂ ਦੀ ਭਰੋਸੇਯੋਗਤਾ ਨੂੰ ਹੋਰ ਵੀ ਜ਼ਿਆਦਾ ਹੋਰਾ ਲਾਉਂਦੀ ਹੈ। ਇਸ ਦਰਮਿਆਨ ਖਬਰ ਇਹ ਵੀ ਹੈ ਕਿ ਭਾਰਤ ਦਾ ਸੁਤੰਤਰਤਾ ਦਿਵਸ ਛੇਤੀ ਹੀ ਅਮਰੀਕਾ 'ਚ ਵੀ ਰਾਸ਼ਟਰੀ ਜਸ਼ਨ ਵਜੋਂ ਸ਼ੁਰੂ ਹੋ ਸਕਦਾ ਹੈ। ਇਸ ਸੰਬੰਧੀ ਭਾਰਤੀ ਮੂਲ ਦੇ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਅਮਰੀਕੀ ਪ੍ਰਤੀਨਿਧੀ ਸਭਾ 'ਚ ਇਹ ਬਿੱਲ ਪੇਸ਼ ਕੀਤਾ ਹੈ, ਜਿਸ ਵਿੱਚ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ 'ਚ ਮਨਾਉਣ ਲਈ ਰਾਸ਼ਟਰੀ ਦਿਵਸ ਵਜੋਂ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਇੰਟਰਨੈਸ਼ਨਲ ਮਾਈਗ੍ਰੇਸ਼ਨ ਰਿਪੋਰਟ ਮੁਤਾਬਕ ਦੁਨੀਆ 'ਚ ਲਗਭਗ 1.80 ਕਰੋੜ ਵਿਦੇਸ਼ੀ ਭਾਰਤੀ ਹਨ। ਇਹਨਾਂ ਵਿੱਚੋਂ 4.4 ਮਿਲੀਅਨ ਅਮਰੀਕਾ 'ਚ ਰਹਿੰਦੇ ਨੇ। ਭਾਰਤ ਦਾ ਸੁਤੰਤਰਤਾ ਦਿਵਸ ਛੇਤੀ ਹੀ ਅਮਰੀਕਾ 'ਚ ਵੀ ਰਾਸ਼ਟਰੀ ਜਸ਼ਨ ਵਜੋਂ ਸ਼ੁਰੂ ਹੋ ਸਕਦਾ ਹੈ। ਇਸ ਸੰਬੰਧੀ ਦੇਸ਼ ਦੀ ਸੰਸਦ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਭਾਰਤੀ ਮੂਲ ਦੇ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਅਮਰੀਕੀ ਪ੍ਰਤੀਨਿਧੀ ਸਭਾ 'ਚ ਇਹ ਬਿੱਲ ਪੇਸ਼ ਕੀਤਾ, ਜਿਸ ਵਿੱਚ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ 'ਚ ਮਨਾਉਣ ਲਈ ਰਾਸ਼ਟਰੀ ਦਿਵਸ ਵਜੋਂ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ। ਇਸ ਬਿੱਲ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਸਾਂਝੇਦਾਰੀ ਦੇ ਆਧਾਰਿਤ ਦੱਸਿਆ ਜਾ ਰਿਹਾ ਹੈ, ਜੋ ਦੋਵਾਂ ਦੇਸ਼ਾਂ ਦੀ ਲੋਕਤਾਂਤਰਿਕ ਕਦਰਾਂ ਕੀਮਤਾਂ ਤੇ ਆਧਾਰਿਤ ਹੈ। ਇਹ ਸਾਂਝੇਦਾਰੀ ਦੂਜੇ ਦੇਸ਼ਾਂ ਵਿੱਚ ਵੀ ਵਿਸ਼ਵ ਲੋਕਤੰਤਰ, ਸ਼ਾਂਤੀ ਅਤੇ ਸਥਿਰਤਾ ਦੀ ਭਾਵਨਾ ਲਿਆਉਣ 'ਚ ਮਦਦ ਕਰੇਗੀ। ਪ੍ਰਸਤਾਵ ਨੂੰ ਸੰਸਦ ਮੈਂਬਰ ਬਡੀ ਕਾਰਟਰ ਅਤੇ ਬ੍ਰੈਡ ਸ਼ਰਮਨ ਦੁਆਰਾ ਵੀ ਸਹਿ ਪ੍ਰਯੋਜਿਤ ਕੀਤਾ ਗਿਆ। ਪ੍ਰਸਤਾਵ 'ਚ ਕਿਹਾ ਗਿਆ ਕਿ ਅਮਰੀਕਾ 'ਚ ਰਹਿ ਰਹੇ ਭਾਰਤੀ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਰਹੇ ਨੇ, ਜਿਸ ਵਿੱਚ ਸਰਕਾਰੀ ਅਧਿਕਾਰੀ, ਸਿਪਾਹੀ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵਰਗੇ ਬਹੁਤ ਸਾਰੇ ਲੋਕ ਸ਼ਾਮਿਲ ਨੇ।
ਇਹ ਇਕੱਠੇ ਮਿਲ ਕੇ ਅਮਰੀਕੀ ਜੀਵਨ ਨੂੰ ਬਿਹਤਰ ਬਣਾਉਣ ਤੇ ਇਸ ਦੇ ਆਦਰਸ਼ਾਂ ਨੂੰ ਦੁਨੀਆ ਵਿੱਚ ਫੈਲਾਉਣ 'ਚ ਮਦਦ ਕਰ ਰਹੇ ਨੇ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਭਾਰਤ ਦਾ ਆਜ਼ਾਦੀ ਦਿਵਸ ਅਮਰੀਕਾ 'ਚ ਰਹਿੰਦੇ ਭਾਰਤੀਆਂ ਨਾਲ ਮਨਾਉਣਾ ਜ਼ਰੂਰੀ ਹੈ। ਇਸ ਨਾਲ ਦੋਵੇਂ ਦੇਸ਼ ਲੋਕਤੰਤਰੀ ਸਿਧਾਂਤਾਂ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕਰ ਸਕਣਗੇ। ਸੰਯੁਕਤ ਰਾਸ਼ਟਰ ਦੀ ਇੰਟਰਨੈਸ਼ਨਲ ਮਾਈਗ੍ਰੇਸ਼ਨ ਰਿਪੋਰਟ ਮੁਤਾਬਕ ਦੁਨੀਆ ਵਿੱਚ ਲਗਭਗ 1 ਕਰੋੜ 80 ਲੱਖ ਵਿਦੇਸ਼ੀ ਭਾਰਤੀ ਨੇ। ਇਹਨਾਂ ਵਿੱਚੋਂ 4.4 ਮਿਲੀਅਨ ਅਮਰੀਕਾ 'ਚ ਰਹਿੰਦੇ ਨੇ। 6 ਰਾਜਾਂ ਦੇ 10 ਜ਼ਿਲ੍ਹਿਆਂ 'ਚ 6 ਤੋਂ ਲੈ ਕੇ 18% ਭਾਰਤੀ ਅਮਰੀਕੀ ਨੇ। ਇਹਨਾਂ ਦੀ ਆਬਾਦੀ ਕੈਲੀਫੋਰਨੀਆ, ਟੈਕਸਾਸ, ਨਿਊਜਰਸੀ, ਨਿਊਯਾਰਕ, ਇਲੀਨੋਇਸ ਵਿੱਚ ਸਭ ਤੋਂ ਵੱਧ ਹੈ। 80 ਤੋਂ ਵੱਧ ਮੂਲ ਭਾਰਤੀ ਅਮਰੀਕੀ ਪ੍ਰਸ਼ਾਸਨ 'ਚ ਅਹਿਮ ਅਹੁਦਿਆਂ 'ਤੇ ਤੈਨਾਤ ਨੇ। ਇਸ ਤੋਂ ਇਲਾਵਾ ਅਮਰੀਕਾ 'ਚ ਲਗਭਗ 38% ਡਾਕਟਰ ਭਾਰਤੀ ਮੂਲ ਦੇ ਨੇ। ਭਾਰਤੀ ਅਮਰੀਕੀ ਅਮਰੀਕਾ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸਮੂਹ ਨੇ। ਲਾਸ ਏਂਜਲਸ 'ਚ ਮੰਗਲਵਾਰ ਨੂੰ 11,000 ਤੋਂ ਵੱਧ ਸ਼ਹਿਰੀ ਕਰਮਚਾਰੀਆਂ ਦੀ 24 ਘੰਟੇ ਦੀ ਹੜਤਾਲ ਦੀ ਚਰਚਾ ਰਹੀ। ਪੱਛਮੀ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਮੁਤਾਬਕ ਕਾਮਿਆਂ ਦੀ ਹੜਤਾਲ ਕਾਰਨ ਵੱਡੀਆਂ ਤੇ ਛੋਟੀਆਂ ਜਨਤਕ ਸੇਵਾਵਾਂ ਦੇ ਪ੍ਰਭਾਵਿਤ ਹੋਣ ਦੀ ਪੂਰੀ ਸੰਭਾਵਨਾ ਹੈ। ਲਾਸ ਏਂਜਲਸ ਦੇ ਮੇਅਰ ਕੈਰਨ ਬਾਸ ਨੇ ਸੋਮਵਾਰ ਨੂੰ ਇੱਕ ਬਿਆਨ 'ਚ ਜ਼ੋਰ ਦੇ ਕੇ ਕਿਹਾ ਸੀ ਕਿ ਲਾਸ ਏਂਜਲਸ ਸ਼ਹਿਰ ਬੰਦ ਨਹੀਂ ਹੋਣ ਜਾ ਰਿਹਾ। ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਸ ਏਂਜਲਸ 'ਚ ਮੰਗਲਵਾਰ ਨੂੰ 11,000 ਤੋਂ ਵੱਧ ਸ਼ਹਿਰੀ ਕਰਮਚਾਰੀਆਂ ਦੀ 24 ਘੰਟੇ ਤੇ ਹੜਤਾਲ ਤੇ ਚਲੇ ਜਾਣ ਦੀ ਚਰਚਾ ਰਹੀ। ਦੱਖਣੀ ਕੈਲੀਫੋਰਨੀਆ 'ਚ ਸਭ ਤੋਂ ਵੱਡੀ ਜਨਤਕ ਖੇਤਰ ਦੀ ਯੂਨੀਅਨ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਸਥਾਨਕ 721 ਨੇ ਇੱਕ ਫੇਸਬੁੱਕ ਪੋਸਟ 'ਚ ਕਿਹਾ ਕਿ ਉਸਨੇ ਅਣਉਚਿਤ ਮਜ਼ਦੂਰ ਅਭਿਆਸਾਂ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਯੂਨੀਅਨ ਨੇ ਕਿਹਾ ਕਿ ਅਸੀਂ ਸਿਟੀ ਆਫ ਲਾਸ ਏਂਜਲਸ ਦੇ ਮਾੜੇ ਵਿਸ਼ਵਾਸ ਸੌਦੇਬਾਜ਼ੀ ਦੀਆਂ ਕੋਸ਼ਿਸ਼ਾਂ ਅਤੇ ਵਾਰ-ਵਾਰ ਲੇਬਰ ਕਾਨੂੰਨ ਦੀ ਉਲੰਘਣਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਾਂ। ਅਸੀਂ ਸਨਮਾਨ ਦੀ ਮੰਗ ਕਰਨ ਅਤੇ ਆਪਣੇ ਸਨਮਾਨ ਲਈ ਲੜਨ ਲਈ ਅੱਜ ਹੜਤਾਲ ਕਰਦੇ ਹਾਂ। CEIU ਲੋਕਲ 721 ਜੋ ਕਿ 95,000 ਤੋਂ ਵੱਧ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ ਨੇ ਆਪਣੀ ਵੈਬਸਾਈਟ ਤੇ ਕਿਹਾ ਕਿ ਇਸ ਦੇ ਮੈਂਬਰਾਂ ਵਿੱਚ ਹਸਪਤਾਲ, ਪਾਲਣ ਪੋਸ਼ਣ, ਮਾਨਸਿਕ ਸਿਹਤ, ਅਦਾਲਤਾਂ, ਕਾਨੂੰਨ ਲਾਗੂ ਕਰਨ, ਲਾਇਬ੍ਰੇਰੀਆਂ, ਸੜਕ ਸੇਵਾਵਾਂ, ਬੀਚ ਰੱਖ ਰਖਾਅ, ਸੈਨੀਟੇਸ਼ਨ, ਜਲ ਸੇਵਾਵਾਂ, ਪਾਰਕ ਸੇਵਾਵਾਂ ਅਤੇ ਵਾਟਰਸ਼ੈੱਡ ਪ੍ਰਬੰਧਨ ਨੇ। ਪੱਛਮੀ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਮੁਤਾਬਕ ਕਾਮਿਆਂ ਦੀ ਹੜਤਾਲ ਕਾਰਨ ਵੱਡੀਆਂ ਤੇ ਛੋਟੀਆਂ ਜਨਤਕ ਸੇਵਾਵਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਘੱਟੋ ਘੱਟ ਕੁਝ ਜਨਤਕ ਸਵੀਮਿੰਗ ਪੂਲ ਦਿਨ ਦੇ ਜ਼ਿਆਦਾਤਰ ਸਮੇਂ ਲਈ ਬੰਦ ਰਹਿਣ ਦੀ ਉਮੀਦ ਹੈ। ਰਿਪੋਰਟਾਂ ਅਨੁਸਾਰ ਡਸਟਬਿਨਾਂ ਨੂੰ ਖਾਲੀ ਨਹੀਂ ਕੀਤਾ ਜਾਵੇਗਾ, ਜਿਸ ਕਾਰਨ ਬਾਕੀ ਹਫ਼ਤੇ 'ਚ ਕੂੜਾ ਇਕੱਠਾ ਕਰਨ 'ਚ ਇੱਕ ਦਿਨ ਦੀ ਦੇਰੀ ਹੋਵੇਗੀ। ਰਿਪੋਰਟਾਂ 'ਚ ਕਿਹਾ ਗਿਆ ਕਿ ਸ਼ਹਿਰ ਵਿੱਚ ਜਾਨਵਰਾਂ ਦੀ ਹਰ ਸ਼ੈਲਟਰ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਟ੍ਰੈਫਿਕ ਕੰਟਰੋਲ ਅਧਿਕਾਰੀ ਰਾਤ ਦੇ ਸਮਾਗਮਾਂ ਲਈ ਉਪਲਬਧ ਨਹੀਂ ਹੋਣਗੇ। ਲਾਸ ਏਂਜਲਸ ਦੇ ਮੇਅਰ ਕੈਰਨ ਬਾਸ ਨੇ ਸੋਮਵਾਰ ਨੂੰ ਇੱਕ ਬਿਆਨ 'ਚ ਜ਼ੋਰ ਦੇ ਕੇ ਕਿਹਾ ਸੀ ਕਿ ਲਾਸ ਏਂਜਲਸ ਸ਼ਹਿਰ ਬੰਦ ਨਹੀਂ ਹੋਣ ਜਾ ਰਿਹਾ। ਉਸਨੇ ਕਿਹਾ ਕਿ ਮੇਰਾ ਦਫ਼ਤਰ ਇਹ ਯਕੀਨੀ ਬਣਾਉਣ ਲਈ ਇੱਕ ਯੋਜਨਾ ਲਾਗੂ ਕਰ ਰਿਹਾ ਹੈ ਕਿ ਇਹ ਕਾਰਵਾਈ ਜਨਤਕ ਸੁਰੱਖਿਆ ਜਾਂ ਰਿਹਾਇਸ਼ ਅਤੇ ਸ਼ੈਲਟਰ ਹੋਮ ਸੰਕਟਕਾਲੀਨ ਕਾਰਜਾਂ ਨੂੰ ਪ੍ਰਭਾਵਿਤ ਨਾ ਕਰੇ। ਜਿਵੇਂ ਕਿ ਮੈਂ ਹਫ਼ਤੇ ਦੇ ਅੰਤ 'ਚ ਕਿਹਾ ਸੀ, ਪ੍ਰਸ਼ਾਸਨ SEIU 721 ਨਾਲ ਗੱਲਬਾਤ 'ਚ ਪ੍ਰਗਤੀ ਕਰਨ ਲਈ ਹਮੇਸ਼ਾ ਉਪਲਬਧ ਰਹੇਗੀ ਅਤੇ ਅਸੀਂ ਚੰਗੀ ਭਾਵਨਾ ਨਾਲ ਸੌਦੇਬਾਜ਼ੀ ਕਰਨਾ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਹਫ਼ਤਿਆਂ 'ਚ ਅਮਰੀਕਾ 'ਚ ਯੂਨੀਅਨ ਗਤੀਵਿਧੀਆਂ ਅਤੇ ਹੜਤਾਲਾਂ 'ਚ ਬੇਮਿਸਾਲ ਵਾਧਾ ਦੇਖਿਆ ਗਿਆ ਹੈ। ਫਲੋਰੀਡਾ 'ਚ ਇੱਕ ਭਾਰਤੀ ਮੂਲ ਦੇ ਯੂਰੋਲੋਜਿਸਟ ਜ਼ਮੀਪ ਪਟੇਲ ਨੂੰ $7,236 ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ 2021 'ਚ ਇੱਕ ਸਰਜਰੀ ਦੌਰਾਨ ਗੁਰਦੇ ਦੀ ਬਜਾਏ ਇੱਕ ਸਿਸਟ ਕੱਢਣ ਦੀ ਬੱਜਰ ਗਲਤੀ ਕਾਰਨ ਲਗਾਇਆ ਗਿਆ ਹੈ। $5,000 ਜੁਰਮਾਨਾ ਅਤੇ $2,236 ਫਲੋਰੀਡਾ ਵਿਭਾਗ ਦੀ ਸਿਹਤ ਜਾਂਚ ਅਤੇ ਮੁਕੱਦਮੇ ਦੇ ਖਰਚਿਆਂ ਦੀ ਅਦਾਇਗੀ ਤੋਂ ਇਲਾਵਾ ਪਟੇਲ ਨੂੰ ਜ਼ੋਖਮ ਪ੍ਰਬੰਧਨ 'ਚ 5 ਘੰਟੇ ਦਾ ਮੈਡੀਕਲ ਸਿੱਖਿਆ ਕੋਰਸ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਅਮਰੀਕੀ ਰਾਜ ਫਲੋਰੀਡਾ 'ਚ ਇੱਕ ਭਾਰਤੀ ਮੂਲ ਦੇ ਯੂਰੋਲੋਜਿਸਟ ਨੂੰ $7,236 ਦਾ ਜੁਰਮਾਨਾ ਕੀਤਾ ਗਿਆ ਹੈ ਤੇ 2021 'ਚ ਇੱਕ ਸਰਜਰੀ ਦੌਰਾਨ ਗੁਰਦੇ ਦੀ ਬਜਾਏ ਇੱਕ ਸਿਸਟ ਕੱਢਣ ਤੋਂ ਬਾਅਦ ਜ਼ੋਖਮ ਪ੍ਰਬੰਧਨ ਵਿੱਚ ਡਾਕਟਰੀ ਸਿੱਖਿਆ ਕੋਰਸ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਜ਼ਮੀਪ ਪਟੇਲ, ਜਿਸ ਨੇ 16 ਜੂਨ 2021 ਨੂੰ ਇੱਕ ਮਰੀਜ਼ ਦੀ ਸੱਜੀ ਕਿਡਨੀ ਨੂੰ ਹਟਾਉਣਾ ਸੀ, ਪਰ ਪਟੇਲ ਨੇ ਇੱਕ ਖੂਨ ਦੇ ਰੋਗ ਅਤੇ ਸੋਜ ਵਾਲੇ ਸਿਸਟ ਨੂੰ ਹਟਾ ਦਿੱਤਾ।
ਮਰੀਜ਼ ਜਿਸ ਨੂੰ ਗਲਤੀ ਬਾਰੇ ਨਹੀਂ ਦੱਸਿਆ ਗਿਆ ਸੀ। ਦਰਦ ਦੀ ਸ਼ਿਕਾਇਤ ਕਰਨ ਤੋਂ 2 ਮਹੀਨਿਆਂ ਬਾਅਦ ਐਡਵੈਂਟ ਹੈਲਥ ਔਰਲੈਂਡੋ ਵਿਖੇ ਦਿਖਾਇਆ ਗਿਆ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਇੱਕ ਸੀਟੀ ਸਕੈਨ ਤੋਂ ਪਤਾ ਲੱਗਿਆ ਕਿ ਉਸ ਕੋਲ ਅਜੇ ਵੀ ਸਹੀ ਗੁਰਦਾ ਹੈ। ਪਟੇਲ ਨੇ ਆਪਣੇ ਆਨਲਾਈਨ ਡਿਪਾਰਟਮੈਂਟ ਆਫ ਹੈਲਥ ਪ੍ਰੋਫਾਈਲ ਤੇ ਪਤੇ ਤੇ ਭੇਜੀ ਗਈ ਈਮੇਲ ਦਾ ਜਵਾਬ ਨਹੀਂ ਦਿੱਤਾ ਤੇ ਸ਼ਿਕਾਇਤ ਦਰਜ ਹੋਣ ਤੋਂ ਥੋੜੀ ਦੇਰ ਬਾਅਦ ਜਦੋਂ ਮਿਆਮੀ ਹੈਰਾਲਡ ਦੇ ਇੱਕ ਰਿਪੋਰਟਰ ਨੇ ਉਸ ਦੇ ਦਫ਼ਤਰ ਨੂੰ ਬੁਲਾਇਆ ਤਾਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। $5000 ਜੁਰਮਾਨਾ ਤੇ 2236 ਫਲੋਰੀਡਾ ਵਿਭਾਗ ਦੀ ਸਿਹਤ ਜਾਂਚ ਅਤੇ ਮੁਕੱਦਮੇ ਦੇ ਖਰਚਿਆਂ ਦੀ ਅਦਾਇਗੀ ਤੋਂ ਇਲਾਵਾ ਪਟੇਲ ਨੂੰ ਜ਼ੋਖਮ ਪ੍ਰਬੰਧਨ 'ਚ 5 ਘੰਟੇ ਦਾ ਮੈਡੀਕਲ ਸਿੱਖਿਆ ਕੋਰਸ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ। ਹੈਰਾਲਡ ਦੀ ਰਿਪੋਰਟ ਅਨੁਸਾਰ ਉਸ ਨੂੰ ਰਾਜ ਦੇ ਸਿਹਤ ਵਿਭਾਗ ਦੁਆਰਾ ਗਲਤ ਸਾਈਟ ਦੀਆਂ ਸਰਜਰੀਆਂ ਤੇ ਡਾਕਟਰੀ ਸਹੂਲਤ ਤੇ 1 ਘੰਟੇ ਦਾ ਭਾਸ਼ਣ ਦੇਣ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਮਿਆਮੀ ਹੈਰਾਲਡ ਦੇ ਅਨੁਸਾਰ ਦੰਡਕਾਰੀ ਕਾਰਵਾਈ ਨੇ ਇਹ ਨਹੀਂ ਦੱਸਿਆ ਕਿ ਮਰੀਜ਼ ਨੂੰ 2 ਮਹੀਨਿਆਂ ਤੋਂ ਗਲਤੀ ਬਾਰੇ ਸੂਚਿਤ ਕਿਉਂ ਨਹੀਂ ਕੀਤਾ ਗਿਆ। ਪਟੇਲ ਨੂੰ 2013 ਤੋਂ ਅਮਰੀਕੀ ਬੋਰਡ ਆਫ ਯੂਰੋਲੋਜੀ ਨਾਲ ਬੋਰਡ ਪ੍ਰਮਾਣਿਤ ਕੀਤਾ ਗਿਆ ਹੈ ਤੇ 25 ਫਰਵਰੀ 2011 ਤੋਂ ਫਲੋਰੀਡਾ 'ਚ ਲਾਇਸੈਂਸ ਸ਼ੁਦਾ ਹੈ। ਉਸ ਦੇ ਫਲੋਰੀਡਾ ਡਿਪਾਰਟਮੈਂਟ ਆਫ ਹੈਲਥ ਪ੍ਰੋਫਾਈਲ ਦਾ ਕਹਿਣਾ ਹੈ ਕਿ ਇਹ ਉਸ ਦੇ ਲਾਇਸੈਂਸ ਵਿਰੁੱਧ ਪਹਿਲੀ ਅਨੁਸ਼ਾਸਨੀ ਕਾਰਵਾਈ ਹੈ। ਜੂਨ 2022 'ਚ ਫਲੋਰੀਡਾ ਦੇ ਇੱਕ ਹੋਰ ਭਾਰਤੀ ਮੂਲ ਦੇ ਯੂਰੋਲੋਜਿਸਟ ਤੇ ਆਪਣੇ 51 ਸਾਲਾ ਮਰੀਜ਼ ਦੀ ਨਸਬੰਦੀ ਪ੍ਰਕਿਰਿਆ ਨੂੰ ਗਲਤ ਤਰੀਕੇ ਨਾਲ ਕਰਨ ਦਾ ਦੋਸ਼ ਵੀ ਲੱਗਿਆ ਸੀ। ਫਲੋਰੀਡਾ ਦੇ ਸਿਹਤ ਵਿਭਾਗ ਦੀ ਸ਼ਿਕਾਇਤ ਮੁਤਾਬਕ 72 ਸਾਲਾ ਦਲੀਪ ਕੁਮਾਰ ਪਟੇਲ ਨੇ ਮਰੀਜ਼ ਦੇ ਖੱਬੇ ਪਾਸੇ ਦੀ ਬਜਾਏ ਸੱਜੇ ਪਾਸੇ ਦੀ ਪ੍ਰਕਿਰਿਆ ਕੀਤੀ। ਮੰਗਲਵਾਰ ਦੁਪਹਿਰ ਨੂੰ ਕੈਲੀਫੋਰਨੀਆ ਦੇ ਰੈਡਵੁੱਡ ਸਿਟੀ 'ਚ ਇੱਕ ਕੈਲ ਟ੍ਰੇਨ ਦੁਆਰਾ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੁਪਹਿਰ ਕਰੀਬ 12:30 ਤੇ ਦੱਖਣ ਵੱਲ ਜਾ ਰਹੀ ਰੇਲ ਗੱਡੀ ਨੇ ਟੱਕਰ ਮਾਰ ਦਿੱਤੀ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਨਹੀਂ ਹੋ ਸਕੀ। ਕੈਲ ਟ੍ਰੇਨ ਦੇ ਪਬਲਿਕ ਇਨਫੋਰਮੇਸ਼ਨ ਅਫਸਰ ਡੈਨ ਲੀਬਰਮੈਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸਵਾਰੀ ਕੋਈ ਵੀ ਜ਼ਖਮੀ ਨਹੀਂ ਹੋਈ। ਸੈਨ ਮਾਰਟੀਓ ਕਾਉਂਟੀ ਸ਼ੈਰਿਫ ਦੇ ਦਫ਼ਤਰ, ਟ੍ਰਾਂਜ਼ਿਟ ਪੁਲਿਸ ਅਤੇ ਕਾਉਂਟੀ ਕੋਰੋਨਰ ਨੇ ਮੌਕੇ ਤੇ ਜਵਾਬ ਦਿੱਤਾ। ਲਿਬਰਮੈਨ ਦੇ ਅਨੁਸਾਰ ਦੁਪਹਿਰ 3 ਵਜੇ ਤੱਕ ਟਰੈਕਾਂ ਨੂੰ ਸਾਫ਼ ਕਰ ਦਿੱਤਾ ਗਿਆ ਸੀ। ਇਹ ਹਾਦਸਾ ਟ੍ਰਾਂਜ਼ਿਟ ਏਜੰਸੀ ਦੀ ਸਾਲ ਦੀ 8ਵੀਂ ਮੌਤ ਹੈ। ਉਹਨਾਂ ਵਿੱਚੋਂ 5 ਪਿਛਲੇ 2 ਮਹੀਨਿਆਂ ਦੇ ਵਿੱਚ ਵਾਪਰੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।